ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਕੱਤਕ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ। ਸੰਗਰਾਂਦ ਨੂੰ ਮੁੱਖ ਰੱਖਦਿਆਂ ਹੋਇਆਂ ਆਓ ਗੁਰੂ ਪਾਤਸ਼ਾਹ ਜੀ ਸਾਨੂੰ ਕੱਤਕ ਦੇ ਮਹੀਨੇ ਦਾ ਕੀ ਉਪਦੇਸ਼ ਦਿੰਦੇ ਹਨ ਜੀ। ਆਓ ਇਹਨੂੰ ਸਮਝਣ ਦਾ ਯਤਨ ਕਰੀਏ। ਕੱਤਕ ਦੇ ਮਹੀਨੇ ਦਾ ਉਪਦੇਸ਼। ਕੱਤਕ ਕਰਮ ਕਮਾਵਣੇ, ਦੋਸ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆਂ, ਵਿਆਪਣ ਸਭੇ ਰੋਗ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ, ਇਹ ਜ਼ਿੰਦਗੀ ਆ, ਇਹਦੇ ਵਿੱਚ ਕੋਈ ਦੁੱਖ, ਕੋਈ ਵੀ ਤਕਲੀਫ, ਕੋਈ ਵੀ ਵਿਪਤਾ, ਕੋਈ ਵੀ ਪੀੜਾ ਹੈ ਤਾਂ ਉਹਦੇ ਲਈ ਦੂਜੇ ਨੂੰ ਭੁੱਲ ਕੇ ਵੀ ਦੋਸ਼ੀ ਨਾ ਠਹਿਰਾਉਣਾ। ਕਈ ਵਾਰੀ ਕੀ ਹੁੰਦਾ, ਗਲਤੀ ਸਾਡੀ ਹੁੰਦੀ ਆ ਅਤੇ ਅਸੀਂ ਕਸੂਰ ਦੂਜਿਆਂ ਦਾ ਲਾ ਦਿੰਦੇ ਹਾਂ ਵੀ ਉਹਦਾ ਦੋਸ਼ ਆ, ਦੂਜਿਆਂ ਦੇ ਸਿਰ 'ਤੇ ਆਪਣੀ ਗਲਤੀ ਦਾ ਦੋਸ਼ ਮੜ੍ਹ ਦਿੰਦੇ ਹਾਂ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਤੇਰੇ ਆਪਣੇ ਹੀ ਕਰਮਾਂ ਦਾ ਦੋਸ਼ ਆ। ਸਾਡੇ ਦੇਸ਼ ਦੇ ਪ੍ਰਸਿੱਧ ਸੰਤ ਅਵਤਾਰੀ ਪੁਰਖ ਮਹਾਤਮਾ ਬੁੱਧ ਹੋਏ ਆ, ਉਹਨਾਂ ਨੇ ਤਾਂ ਕਰਮ ਨੂੰ ਹੀ ਭਗਵਾਨ ਕਹਿਤਾ। ਦੇਖੋ, ਕਹਿੰਦੇ ਕਰਮ ਹੀ ਭਗਵਾਨ ਆ, ਕਰਮ ਨੇ ਹੀ ਨਿਰਵਾਣ ਪਦ ਦਿਵਾਉਣਾ, ਕਰਮ ਨੇ ਹੀ ਸੁੱਖ ਦੇਣਾ, ਕਰਮ ਨੇ ਹੀ ਵਿਛੋੜਨਾ। ਕਈ ਵਾਰੀ ਕਰਮਾਂ ਦੀ ਅਸੀਂ ਗਲਤਾਂ ਕਰਨ ਲੱਗ ਜਾਂਦੇ ਹਾਂ, ਪਰ ਸਾਨੂੰ ਕਰਮਾਂ ਦੀ ਪੂਰੀ ਸਮਝ ਨਹੀਂ ਹੁੰਦੀ। ਅੱਜ ਆਪਾਂ ਕਰਮਾਂ ਬਾਰੇ ਵੀ ਵਿਚਾਰ ਕਰਾਂਗੇ। ਕਰਮਾਂ ਨੇ ਹੀ ਬੰਦੇ ਨੂੰ ਆਨੰਦਮਈ ਬਣਾਉਣਾ ਹੁੰਦਾ, ਕਰਮ ਨੇ ਹੀ ਪੀੜਤ ਕਰਨਾ ਹੁੰਦਾ। ਕਰਮ ਹੀ ਬੰਦੇ ਨੂੰ ਪਛਾੜੇਗਾ, ਕਰਮ ਹੀ ਤਰੱਕੀ ਦੇਵੇਗਾ। ਜਦੋਂ ਸਭ ਕੁਝ ਕਰਮਾਂ 'ਤੇ ਨਿਰਭਰ ਆ ਤਾਂ ਉਹਨਾਂ ਦੀ ਰਸਨਾ ਤੋਂ ਇਹ ਮੁਬਾਰਕ ਬੋਲ ਨਿਕਲੇ, ਕਰਮ ਹੀ ਭਗਵਾਨ ਹੈ। ਉਹਨਾਂ ਨੇ ਕਰਮ 'ਤੇ ਬਹੁਤ ਵੱਡਾ ਜ਼ੋਰ ਦਿੱਤਾ। ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ ਆ, ਜਿਤ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਏ। ਦੇਖੋ ਭਾਈ, ਜਦੋਂ ਆਪਣਾ ਕੀਤਾ ਪਾਉਣਾ ਹੈ ਫਿਰ ਆਪਣੇ ਕਰਮਾਂ ਪ੍ਰਤੀ ਸੁਚੇਤ ਹੋਣਾ ਵੀ ਬੜਾ ਜ਼ਰੂਰੀ ਹੈ ਜੀ। ਦੇਖਣ 'ਚ ਆਇਆ ਮਨੁੱਖ ਬੰਦਾ ਜਿਹੜਾ ਨਾ ਬਹੁਤ ਥਾਵਾਂ 'ਤੇ ਸੁਚੇਤ ਰਹੂਗਾ, ਕਰਮ ਪ੍ਰਤੀ ਸੁਚੇਤ ਨਹੀਂ ਹੈਗਾ ਬਿਲਕੁਲ ਵੀ। ਕਰਮ ਤਿੰਨ ਤਰ੍ਹਾਂ ਦੇ ਹੁੰਦੇ ਆ। ਪਹਿਲਾਂ ਇਹਨੂੰ ਸਮਝ ਲਈਏ ਆਪਾਂ ਤਾਂ ਸਾਨੂੰ ਪੂਰੀ ਖੇਡ ਹੀ ਸਮਝ ਲੱਗ ਜੂਗੀ। ਪਹਿਲੇ ਹੁੰਦੇ ਆ ਸਰੀਰਕ ਕਰਮ, ਵਾਚਕ ਕਰਮ ਅਤੇ ਮਾਨਸਿਕ ਕਰਮ। ਕੁਝ ਸਰੀਰ ਨਾਲ ਐਸਾ ਕਰਨਾ ਕਿ ਦੂਜੇ ਨੂੰ ਚੋਟ ਪਹੁੰਚੇ, ਮੂੰਹ ਨਾਲ ਐਸੇ ਬੋਲ ਬੋਲਣੇ ਕਿ ਦੂਸਰੇ ਦਾ ਆਹਿਤ ਹੋ ਜੇ, ਉਹਦੀ ਬੇਇੱਜ਼ਤੀ ਹੋ ਜੇ। ਅਤੇ ਜਿਹੜੇ ਵਾਚਕ ਕਰਮ ਆ ਵੀ ਕੁਝ ਇਹੋ ਜਿਹਾ ਮਾਨਸਿਕ ਪੱਧਰ 'ਤੇ ਸੋਚੀ ਜਾਣਾ। ਮਾਨਸਿਕ ਕਰਮ ਦੀ ਗੱਲ ਕਰੀਏ ਤਾਂ ਉਹ ਕਰਮ ਅਸ਼ੁਭ ਬਣ ਜਾਂਦਾ, ਵੀ ਐਸਾ ਸੋਚਣਾ ਦੂਜੇ ਲਈ ਬੁਰਾ ਹੀ ਸੋਚਣਾ, ਵੀ ਇਹਦਾ ਮਾੜਾ ਹੀ ਹੋਵੇ, ਇਹਦਾ ਨੁਕਸਾਨ ਹੁੰਦਾ ਕਿਉਂ ਨਹੀਂ, ਇਹ ਮਰਦਾ ਕਿਉਂ ਨਹੀਂ, ਇੱਦਾਂ ਚੀਜ਼ਾਂ ਸੋਚੀ ਜਾਣੀਆਂ। ਇਹ ਮਾਨਸਿਕ ਕਰਮ ਆ। ਵਾਚਕ ਕਰਮ ਆ ਸਾਡੀ ਬੋਲ ਬਾਣੀ ਦੇ, ਸਰੀਰਕ ਕਰਮ ਆ ਸਾਡੇ ਹੱਥਾਂ ਪੈਰਾਂ ਦੇ। ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਂ ਅਰਦਾਸ ਪ੍ਰਾਰਥਨਾ ਜਿਹੜੀ ਹਰ ਗੁਰਸਿੱਖ ਦੀ ਜ਼ੁਬਾਨ 'ਤੇ ਰਹਿੰਦੀ ਆ, ਔਰ ਕਿਸੇ ਹੱਦ ਤੱਕ ਇਹ ਰਾਸ਼ਟਰੀ ਪੱਧਰ ਦੀ ਪ੍ਰਾਰਥਨਾ ਵੀ ਬਣ ਗਈ ਆ। ਦੇਹੋ ਸ਼ਿਵਾ ਵਰ ਮੋਹ ਇਹ ਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਮਹਾਰਾਜ ਜੀ ਕਹਿੰਦੇ, ਦੇਹ ਸ਼ਿਵਾ ਵਰ ਮੋਹ ਇਹ ਹੈ, ਐ ਪਰਿਪੂਰਨ ਪਰਮਾਤਮਾ ਮੈਨੂੰ ਇੱਕੋ ਹੀ ਵਰ ਦੇ ਕਿ ਮੈਂ ਸ਼ੁਭ ਕਰਮਾਂ ਤੋਂ ਭੁੱਲ ਕੇ ਵੀ ਕਦੇ ਸੰਕੋਚ ਨਾ ਕਰਾਂ। ਮੇਰੇ ਅੰਦਰ ਉਤਸ਼ਾਹ ਬਣਿਆ ਰਵੇ, ਉਮੰਗ ਬਣੀ ਰਹੇ ਚੰਗੇ ਕਰਮ ਕਰਨ ਦੀ। ਸ਼ੁਭ ਕਰਮ ਕਿਹੜੇ ਆ ਹੁਣ? ਜਿਹੜਾ ਦੂਜਿਆਂ ਲਈ ਸ਼ੁਭ ਹੋਵੇ, ਤੇਰੇ ਲਈ ਸ਼ੁਭ ਹੋਵੇ। ਕਈ ਵਾਰੀ ਕੀ ਹੁੰਦਾ, ਜਿਹੜੀ ਚੀਜ਼ ਸਾਨੂੰ ਠੀਕ ਲੱਗਦੀ ਅਸੀਂ ਕਹਿੰਦੇ ਠੀਕ ਆ, ਪਰ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦੀ ਆ। ਹੁਣ ਬੰਦਾ ਕਈ ਕਰਮ ਇਹੋ ਜਿਹੇ ਕਰਦਾ ਵੀ ਉਹਨੂੰ ਸੁੱਖ ਮਿਲੇ ਚਾਹੁੰਦਾ, ਦੂਜਿਆਂ ਨੂੰ ਦੁਖੀ ਕਰੀ ਜਾਂਦਾ। ਇਹੋ ਜਿਹਾ ਕਰਮ ਸ਼ੁਭ ਕਰਮ ਹੋ ਸਕਦਾ? ਤੁਸੀਂ ਸੋਚ ਕੇ ਵੇਖੋ। ਇਹ ਤਾਂ ਅਸ਼ੁਭ ਹੋ ਗਿਆ। ਜਿਹੜੇ ਕਰਮ ਨੇ ਕਿਸੇ ਨੂੰ ਦੁੱਖ ਹੀ ਦੇ ਦਿੱਤਾ, ਉਹ ਸ਼ੁਭ ਕਿਵੇਂ ਹੋ ਜਾਊਗਾ? ਮੰਨਦੇ ਆ ਬੰਦਿਆ ਤੇਰੇ ਲਈ ਇਹ ਲਾਭਕਾਰੀ ਆ, ਪਰ ਹੈ ਤਾਂ ਅਸ਼ੁਭ ਹੀ ਆ ਨਾ। ਤਾਂ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਬਹੁਤ ਵੱਡੀ ਇੱਕ ਪ੍ਰਾਰਥਨਾ ਦਿੱਤੀ ਆ। ਸ਼ੁਭ ਕਰਮਾਂ ਤੋਂ ਬੰਦਾ ਟਲ ਗਿਆ ਤਾਂ ਸਮਝ ਲਿਓ ਸੁੱਖਾਂ ਤੋਂ ਦੂਰ ਹੋ ਗਿਆ, ਭਗਵਾਨ ਤੋਂ ਦੂਰ ਹੋ ਗਿਆ। ਕਿਉਂਕਿ ਕਰਮ ਹੀ ਨੇ ਜਿਹੜੇ ਇਹਨਾਂ ਨੇ ਸਾਰੀ ਖੇਡ ਖੇਡਣੀ ਆ। ਕਿਰਤ ਕਰਮ ਕੇ ਵਿਛੜੇ। ਮਹਾਰਾਜ ਜੀ ਇਹ ਕੱਤਕ ਦੇ ਮਹੀਨੇ ਵਿੱਚ ਸਮਝਾਉਂਦੇ ਨੇ, ਕਰ ਕਿਰਪਾ ਮੇਲੋ ਰਾਮ। ਐ ਗੁਰੂ ਮਹਾਰਾਜ ਕਿਰਪਾ ਕਰੋ ਜੀ,
ਅਸੀਂ ਆਪਣੇ ਕਰਮਾਂ ਕਰਕੇ ਵਿਛੜੇ ਹੋਏ ਹਾਂ ਜੀ। ਸਾਡੇ ਤੇ ਰਹਿਮਤ ਕਰੋ, ਸਾਡੇ ਤੇ ਤਰਸ ਕਰੋ, ਦਇਆ ਕਰੋ ਜੀ। ਚਾਰ ਕੁੰਟ ਦੇ ਦਿਸ ਭ੍ਰਮੇ, ਥਕਿਆਏ ਪ੍ਰਭ ਕੀ ਸਾਮ। ਹੇ ਵਾਹਿਗੁਰੂ, ਅਸੀਂ ਤਾਂ ਮਾਇਆ ਦੇ ਮੋਹ ਵਿੱਚ ਫਸ ਕੇ ਚਫੇਰੇ ਹਰ ਪਾਸੇ ਸੁੱਖਾਂ ਦੀ ਖਾਤਰ ਹੀ ਭਟਕਦੇ ਰਹੇ ਹਾਂ। ਹੁਣ ਵਾਹਿਗੁਰੂ ਤੇਰੀ ਸ਼ਰਨ ਆਏ ਹਾਂ, ਕਿਰਪਾ ਕਰੋ ਜੀ ਸਾਡੇ ਤੇ। ਇਸ ਕਰਕੇ ਆਪਾਂ ਵੇਖਦੇ ਹਾਂ ਜੀ, ਦੁਨੀਆ ਵਿੱਚ ਸਾਰੀ ਖੇਡ ਕਰਮਾਂ ਦੀ ਆ। ਕੀਤੇ ਹੋਏ ਕਰਮਾਂ ਤੋਂ ਸੰਸਕਾਰ ਬਣ ਜਾਂਦੇ ਆ, ਸੰਸਕਾਰ ਤੋਂ ਬੰਦੇ ਦਾ ਸੁਭਾਅ ਬਣ ਜਾਂਦਾ, ਸੁਭਾਅ ਤੋਂ ਬੰਦੇ ਦੀ ਕਿਸਮਤ ਬਣ ਜਾਂਦੀ ਆ, ਅਤੇ ਕਿਸਮਤ ਹੀ ਦੁੱਖ ਅਤੇ ਸੁੱਖ ਨੂੰ ਜਨਮ ਦਿੰਦੀ ਆ। ਇਹ ਜਿਹੜੀ ਸ਼ੰਖਲਾ ਚੱਲਦੀ ਆ ਨਾ ਸੁੱਖ ਅਤੇ ਦੁੱਖ ਦੀ, ਇਹ ਕਰਮਾਂ ਤੋਂ ਹੀ ਚੱਲਦੀ ਆ। ਜਿਹੜੇ ਬੰਦੇ ਦਾ ਸੁਭਾਅ ਚੰਗਾ, ਉਹਦੀ ਕਿਸਮਤ ਵੀ ਚੰਗੀ ਬਣ ਜਾਂਦੀ ਆ। ਇਸ ਕਰਕੇ ਗੁਰਬਾਣੀ ਦਾ ਫੈਸਲਾ ਹੈ, ਆਪਣੇ ਦੁੱਖਾਂ ਲਈ ਤੂੰ ਕਦੇ ਕਿਸੇ ਨੂੰ ਦੋਸ਼ੀ ਨਾ ਠਹਿਰਾਈ, ਅਤੇ ਆਪਣੇ ਸੁੱਖ ਲਈ ਕਦੇ ਵੀ ਕਿਸੇ ਦੀ ਝੂਠੀ ਉਪਮਾ ਨਾ ਕਰੀ। ਦੋਨੋਂ ਗੱਲਾਂ ਨੇ। ਕਈ ਵਾਰੀ ਅਸੀਂ ਕੀ ਹੁੰਦਾ, ਜਿਸ ਤਰ੍ਹਾਂ ਹੁਣ ਵੋਟਾਂ ਹੋਈਆਂ, ਸਭ ਕੁਝ ਹੋਇਆ, ਕਈ ਬੰਦੇ ਇਹੋ ਜਿਹੇ ਆ, ਵੇਖੋ ਇੰਨੀ ਸ਼ਰਾਬ ਪੀ ਕਰ ਅਤੇ ਉਹ ਨਸ਼ਾ ਮੁਕਤ ਕਰਨ ਦਾ ਵਾਅਦਾ ਕਰ ਰਹੇ ਆ। ਕਿੱਡੇ ਮੂਰਖ ਲੋਕ ਆ। ਕੀ ਇਹਨਾਂ ਦੇ ਕਰਮ ਚੰਗੇ ਆ? ਇੰਨਾ ਕੁਝ ਇਹਨਾਂ ਨੇ ਕਰ ਲਿਆ, ਇਹ ਸ਼ਰਾਬਾਂ ਪਿਆ ਦਿੱਤੀਆਂ ਅਤੇ ਵਾਅਦੇ ਕੀਤੇ ਆ ਵੀ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ। ਇਹ ਕਿੱਡੀ ਕੁ ਸਿਆਣਪ ਦੀ ਗੱਲ ਆ। ਤੁਸੀਂ ਸੋਚ ਕੇ ਦੇਖੋ ਵੀ ਇਹੋ ਜਿਹੇ ਬੰਦਿਆਂ ਦਾ ਜਿਉਣ ਦਾ, ਜ਼ਿੰਦਗੀ ਦਾ ਪੱਧਰ ਕਿੰਨਾ ਨੀਵਾਂ ਹੋਵੇਗਾ, ਕਿੰਨਾ ਨੀਵਾਂ ਹੋਵੇਗਾ ਜੀ। ਤਾਂ ਇਹ ਚੀਜ਼ਾਂ ਇਹ ਕਰਮ ਹੀ ਨੇ। ਹੁਣ ਇਹ ਦੁਨੀਆ ਦੇ ਵਿੱਚ ਤਾਂ ਸ਼ਰਾਬ ਪਿਆ ਕੇ, ਚਲੋ ਉਹ ਲੋਕ ਆ ਜਿਹੜੇ ਸ਼ਰਾਬ ਪੀ ਕੇ ਆਪਣਾ ਜ਼ਮੀਰ ਵੇਚ ਦਿੰਦੇ ਆ, ਉਹਨਾਂ ਦੀ ਵੀ ਆਪਾਂ ਕੀ ਗੱਲ ਕਰਨੀ ਆ। ਉਹ ਤਾਂ ਕੀੜੇ ਮਕੌੜਿਆਂ ਤੋਂ ਵੀ ਥੱਲੇ ਚਲੇ ਗਏ। ਮਹਾਰਾਜ ਨੇ ਇਹਨਾਂ ਨੂੰ ਮਨੁੱਖਾ ਜਨਮ ਦਿੱਤਾ ਸੀ, ਕਰਤੂਤਾਂ ਇਹਨਾਂ ਦੀਆਂ ਪਸ਼ੂਆਂ ਤੋਂ ਵੀ ਭੈੜੀਆਂ ਨੇ। ਕਰਤੂਤ ਪਸ਼ੂ ਕੀ ਮਾਨਸ ਜਾਤ। ਇਸ ਕਰਕੇ ਵੀ ਕਦੇ ਕਿਸੇ ਦੀ ਝੂਠੀ ਉਪਮਾ ਨਾ ਕਰੀ ਆਪਣੇ ਸੁੱਖ ਦੀ ਖਾਤਰ। ਅਤੇ ਬੰਦਾ ਤਾਂ ਭਾਈ ਆਪਣੀ ਜਿਹੜੀ ਕੀਮਤੀ ਵੋਟ ਆ, ਇਹਦਾ ਹੀ ਗਲਤ ਇਸਤੇਮਾਲ ਕਰ ਦਿੰਦਾ। ਤਾਂ ਰਹੋ ਵਿਚਾਰ, ਤਾਂ ਇਹ ਮਾੜੇ ਕਰਮ ਆ, ਮੈਲੇ ਕਰਮ ਆ। ਅਤੇ ਈਰਾਨ ਦਾ ਮਹਾਨ ਸੂਫੀ ਸੰਤ ਸ਼ੇਖ ਸਾਦੀ, ਉਹਦਾ ਬੜਾ ਕੀਮਤੀ ਇੱਕ ਬਚਨ ਆ, ਕਹਿੰਦਾ ਐ ਮੇਰੇ ਮਿੱਤਰ, ਜੋ ਤੂੰ ਕਰ ਚੁੱਕਿਆ ਨਾ, ਉਹਦਾ ਇਲਾਜ ਮੇਰੇ ਕੋਲ ਨਹੀਂ, ਉਹ ਤਾਂ ਤੈਨੂੰ ਭੋਗਣਾ ਹੀ ਪਵੇਗਾ। ਯਾਰ ਰਾ ਖੁਦ ਕਰਦਾ, ਰਾਹ ਇਲਾਜ ਨੇਸਤ। ਵੀ ਜੋ ਤੂੰ ਕਰ ਆਇਆ ਨਾ, ਕਰਮਾਂ ਦਾ ਬੀਜ ਆਇਆ, ਹੁਣ ਤਾਂ ਉਹਦਾ ਫਲ ਤੈਨੂੰ ਭੋਗਣਾ ਹੀ ਪਊਗਾ। ਜੋ ਤੂੰ ਕਰ ਚੁੱਕਿਆ ਤੇਰੇ ਸਾਹਮਣੇ ਆਉਣ ਵਾਲਾ ਹੀ ਆ, ਅੱਜ ਨਹੀਂ ਤਾਂ ਕੱਲ੍ਹ ਉਹਨੇ ਪ੍ਰਗਟ ਹੋਣਾ ਹੀ ਆ। ਐ ਮੇਰੇ ਪਰਮ ਮਿੱਤਰ, ਇਹਦੇ ਵਿੱਚ ਮੈਂ ਤੇਰੀ ਮਦਦ ਨਹੀਂ ਕਰ ਸਕਦਾ। ਭਗਤ ਤਰਲੋਚਨ ਜੀ ਵੀ ਮਹਾਰਾਜ ਦਾ ਸੁੰਦਰ ਪਵਿੱਤਰ ਵਾਕ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਇਹ ਤਾਂ ਚਲੋ ਦ੍ਰਿਸ਼ਟਾਂਤ ਹੁੰਦੇ ਆ ਵੀ ਵੱਧ ਤੋਂ ਵੱਧ ਸਾਨੂੰ ਪਤਾ ਲੱਗ ਜੇ। ਪੂਰਬ ਲੋ ਕ੍ਰਿਤ ਕਰਮ ਨਾ ਮਿਟੈ ਰੀ ਕਰ ਗਏ ਹਨ, ਤਾਚੇ ਮੁਇ ਜਾਪੀਅਲੇ ਰਾਮ ਚੇ ਨਾਮ। ਕੀਤਾ ਹੋਇਆ ਕਹਿੰਦੇ ਕਰਮ ਨਹੀਂ ਮਿਟਦਾ। ਧਨਾਸਰੀ ਬਾਣੀ ਭਗਤਾਂ ਕੀ ਇਹ ਜਿਹੜੀ ਆ ਨਾ, ਉਹਦੇ ਵਿੱਚ ਭਗਤ ਤਰਲੋਚਨ ਜੀ ਦਾ ਸ਼ਬਦ ਆ। ਚਾਹੇ ਉਹ ਵਾਚਕ ਕਰਮ, ਚਾਹੇ ਉਹ ਮਾਨਸਿਕ ਕਰਮ, ਚਾਹੇ ਉਹ ਸਰੀਰਕ ਕਰਮ। ਇਸ ਵਾਸਤੇ ਕਰਮਾਂ ਵਿੱਚੋਂ ਸਰਮੋਰ ਕਰਮ ਕਰਦਾ। ਕਹਿੰਦੇ ਮੈਂ ਕਿਹੜਾ ਕਰਮ? ਰਾਮ ਰਾਮ ਜਪਦਾ, ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਜਪਦਾ। ਜਦੋਂ ਕਰਮ ਅਮਿੱਟ ਆ ਅਤੇ ਕਰਮ ਭੋਗਣਾ ਹੀ ਪੈਣਾ। ਇਸ ਕਰਕੇ ਉਹ ਆਪਣੀ ਪਤਨੀ ਨੂੰ ਉਪਦੇਸ਼ ਦਿੰਦੇ ਆ, ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੁਕ੍ਰਿਤ ਸੋਕ੍ਰਿਤ ਥਾਰੋ ਕਰਮ ਰੀ। ਵੀ ਇਹ ਭਾਈ ਕਿਉਂ ਤੂੰ ਨਾਰਾਇਣ ਨੂੰ ਭੁੱਲੀ ਫਿਰਦੀ ਆ? ਇਸ ਤਰ੍ਹਾਂ ਤੈਨੂੰ ਨਹੀਂ ਕਰਨਾ ਚਾਹੀਦਾ। ਐ ਹਰਖ ਵਾਦ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਚੰਗੇ ਕਰਮ ਕਰਕੇ ਬੰਦਿਆ ਤੂੰ ਸਭ ਕੁਝ ਪ੍ਰਾਪਤ ਕਰ ਸਕਦਾ। ਰੱਬ ਨੇ ਤੈਨੂੰ ਕਰਮਾਂ ਦੇ ਬੀਜ ਦਿੱਤੇ ਆ, ਤੇਰੀ ਮਰਜ਼ੀ ਆ ਤੂੰ ਇਸ ਤਨ ਦੀ ਧਰਤੀ ਦੇ ਵਿੱਚ ਇਹਨੂੰ ਬੀਜਣਾ ਕਿ ਨਹੀਂ ਬੀਜਣਾ, ਇਹ ਵੀ ਤੇਰੀ ਮਰਜ਼ੀ ਆ। ਸ਼ੁਭ ਕਰਮਾਂ ਤੋਂ ਵਿਪਰੀਤ ਮਾੜੇ ਕਰਮ ਵੀ ਤੂੰ ਕਰ ਸਕਦਾ। ਤੈਨੂੰ ਆਜ਼ਾਦੀ ਦਿੱਤੀ ਹੋਈ ਆ, ਤੈਨੂੰ ਆਜ਼ਾਦੀ ਆ। ਕਰਮ ਚੰਗਾ ਵੀ ਕਰ ਸਕਦਾ ਬੰਦਿਆ, ਅਤੇ ਕਰਮ ਮਾੜਾ ਵੀ ਕਰ ਸਕਦਾ। ਮਾੜੇ ਕਰਮਾਂ ਤੋਂ ਨਿਕਲਣਗੇ ਦੁੱਖ। ਦੁੱਖ ਐਵੇਂ ਨਹੀਂ, ਇਹਦਾ ਕਾਰਨ ਆ। ਸੁੱਖ ਵੀ ਐਵੇਂ ਨਹੀਂ, ਕਾਰਨ। ਜੇ ਧਰਤੀ ਵਿੱਚ ਘਾਹ ਪੈਦਾ ਹੋਈ ਆ ਨਾ, ਕੁਦਰਤੀ ਬਨਸਪਤੀ ਜਿਹਨੂੰ ਆਪਾਂ ਕਹਿੰਦੇ ਆ ਵੀ ਘਾਹ, ਵੀ ਸਾਡੇ ਕੀਤੇ ਕਿਰਾਏ 'ਤੇ ਉੱਗ ਪਿਆ, ਅਸੀਂ ਤਾਂ ਇਹਨੂੰ ਬੀਜਿਆ ਹੀ ਨਹੀਂ ਸੀ। ਅਸੀਂ ਕਹਿ ਦਿੰਦੇ ਹਾਂ ਵੀ ਇਹ ਧਰਤੀ ਵਿੱਚ ਘਾਸ ਦਾ ਬੀਜ ਮੌਜੂਦ ਸੀ
ਤੇ ਵਰਖਾ ਹੋਈ ਆਪਣੇ ਆਪ ਹੀ ਇਹ ਘਾਹ ਉੱਗ ਪਈ। ਨਹੀਂ, ਘਾਸ ਦੇ ਬੀਜ ਵੀ ਜਿਹੜੇ ਆ ਮੌਜੂਦ ਹੁੰਦੇ ਆ। ਇਸ ਤਰੀਕੇ ਨਾਲ ਜੀਵਨ ਵਿੱਚ ਸੰਤਾਪ ਪੈਦਾ ਹੋ ਗਿਆ, ਸੋਗ ਪੈਦਾ ਹੋ ਗਿਆ, ਦੁੱਖ ਪੈਦਾ ਹੋ ਗਿਆ, ਤੇ ਇਹ ਚੀਜ਼ਾਂ ਆਉਂਦੀਆਂ ਹੀ ਰਹਿੰਦੀਆਂ। ਆਪਾਂ ਕਹਿੰਦੇ ਆਹ ਕਿਵੇਂ ਹੋ ਗਈ ਮੇਰੇ ਨਾਲ? ਇਹ ਐਵੇਂ ਥੋੜ੍ਹੀ ਹੋਈ ਆ। ਬੀਜ ਪਿਆ ਸੀਗਾ, ਫਲਦਾਰ ਬੂਟੇ ਪੈਦਾ ਹੁੰਦੇ ਆ, ਰਸਦਾਰ। ਖੇਡ ਸਾਰੀ ਕਰਮਾਂ ਦੀ ਆ। ਬਿਨਾਂ ਬੀਜਾਂ ਤੋਂ ਕੋਈ ਚੀਜ਼ ਉੱਗਦੀ ਆ ਜੀ? ਨਹੀਂ ਉੱਗਦੀ। ਖੇਡ ਕਰਮਾਂ ਦੀ ਆ। ਇਸ ਕਰਕੇ ਭਾਈ, ਜੇ ਕੋਈ ਬੰਦਾ ਕਹਿ ਦੇਵੇ ਵੀ ਮੇਰੇ ਕਰਮ ਮੇਟ ਦਿਓ, ਇਸ ਤਰ੍ਹਾਂ ਨਹੀਂ ਹੋ ਸਕਦਾ। ਵੀ ਇਹ ਤਾਂ ਕਹਿੰਦੇ ਵੀ ਜੋ ਤੂੰ ਕਰ ਆਇਆ ਤੈਨੂੰ ਭੋਗਣਾ ਹੀ ਪੈਣਾ। ਹਾਂ, ਪਰ ਕਰਮ ਕਰਨ ਤੋਂ ਪਹਿਲਾਂ ਯਤ ਕੀਤਾ ਪਾਈਏ ਆਪਣਾ, ਸਾਕਾਲ ਬੁਰੀ ਕਿਉਂ ਘਾਲੀਏ। ਵੀ ਮਾੜੇ ਕਰਮ ਕਿਉਂ ਕਰਨੇ? ਜੇ ਬੀਜ ਕੇ ਆਪ ਹੀ ਖਾਣੇ ਆ ਤੇ ਫਿਰ ਮਾੜੇ ਕਰਮ ਕਿਉਂ ਕਰਨੇ ਆ ਜੀ? ਧੇਨ ਦੁੱਧੈ ਤੇ ਬਾਹਰੀ, ਕਿਤੇ ਨਾ ਆਵੇ ਕਾਮ। ਜਿਵੇਂ ਦੇਖੋ ਜੀ, ਦੁੱਧ ਤੋਂ ਸੱਖਣੀ ਗਾਂ ਹੁੰਦੀ ਆ। ਗੁਰੂ ਅਰਜਨ ਦੇਵ ਜੀ ਕਹਿੰਦੇ, ਮਹਾਰਾਜ ਕਹਿੰਦੇ ਕਿਸੇ ਕੰਮ ਆਉਂਦੀ ਆ ਜੀ? ਨਹੀਂ ਆਉਂਦੀ। ਜਿਵੇਂ ਪਾਣੀ ਤੋਂ ਬਿਨਾਂ ਖੇਤੀ ਸੁੱਕ ਜਾਂਦੀ ਆ, ਪਾਣੀ ਤੋਂ ਬਿਨਾਂ ਖੇਤੀ ਸਾਰੀ ਜਿਹੜੀ ਹੈ ਸੁੱਕ ਜਾਂਦੀ ਆ, ਮੁਰਝਾ ਜਾਂਦੀ ਆ, ਮੁੱਲ ਨਹੀਂ ਵੱਟਿਆ ਜਾਂਦਾ, ਕਮਾਈ ਨਹੀਂ ਨਾ ਹੁੰਦੀ। ਇਵੇਂ ਰੱਬ ਦੇ ਨਾਮ ਤੋਂ ਬਿਨਾਂ ਸਾਡਾ ਜਿਹੜਾ ਜੀਵਨ ਹੈ, ਜਲ ਬਿਨ ਸਾਖ ਕੁਮਲਾਵਤੀ, ਉਪਜੇ ਨਾਹੀ ਦਾਮ। ਕੱਤਕ ਦੇ ਮਹੀਨੇ ਵਿੱਚ ਮਹਾਰਾਜ ਜੀ ਉਪਦੇਸ਼ ਦਿੰਦੇ ਆ ਵੀ ਇਵੇਂ ਤੇਰੀ ਬੰਦਿਆ ਜ਼ਿੰਦਗੀ ਹੋ ਜਾਏਗੀ। ਹਰ ਨਾਹਾ ਨਾ ਮਿਲੀਐ ਸਾਜਨੈ, ਕੱਤ ਪਾਈਐ ਬਿਸਰਾਮ। ਸੱਜਣ ਵਾਹਿਗੁਰੂ ਨੂੰ ਮਿਲਣ ਤੋਂ ਬਿਨਾਂ ਕਿਸੇ ਹੋਰ ਥਾਂ ਸੁੱਖ ਵੀ ਨਹੀਂ ਮਿਲਦਾ ਜੀ ਸੁੱਖ। ਤਾਂ ਇਹ ਚੀਜ਼ ਇਹ ਆ ਵੀ ਬੰਦਾ ਜਿਹੜਾ ਹੈ ਨਾ, ਉਹਨੂੰ ਕਰਮਾਂ ਦੀ ਸਮਝ ਨਹੀਂ। ਬੰਦਾ ਬਹੁਤ ਵੱਡੀ ਭੁੱਲ ਕਰਦਾ। ਤੁਹਾਨੂੰ ਮੈਂ ਦੱਸਦਾ ਇਹ ਕਿੱਥੇ ਭੁੱਲ ਹੁੰਦੀ ਆ। ਕਈ ਵਾਰੀ ਆਪਾਂ ਨਾ ਕੋਈ ਪੰਕਤੀ ਜਿਹੜੀ ਸੁਣ ਲੈਂਦੇ ਆ, ਲੇਖ ਨਾ ਮਿਟਈ ਹੇ ਸਖੀ, ਜੋ ਲਿਖਿਆ ਕਰਤਾਰ, ਤੇ ਲਿਖਿਆ ਫੇਰ ਨਾ ਸਕੀਐ, ਜਿਉਂ ਭਾਵੀ ਤਿਉਂ ਸਾਰ। ਆਪਾਂ ਕਹਿ ਦਿੰਦੇ ਆ ਵੀ ਬਾਬਾ ਨਾਨਕ ਜੀ ਨੇ ਆਖਿਆ ਸੀ ਵੀ ਲੇਖ ਨਹੀਂ ਮਿਟਦੇ। ਕਈ ਵਾਰੀ ਅਸੀਂ ਜਾਣ ਬੁੱਝ ਕੇ ਇਹੋ ਜਿਹੀਆਂ ਪੰਕਤੀਆਂ ਦਾ ਆਸਰਾ ਤਾਂ ਲੈ ਲੈਂਦੇ ਆ। ਫਿਰ ਆਪਾਂ ਕਹਿੰਦੇ ਆ ਬਾਣੀ ਪੜ੍ਹਨ, ਨਿਤਨੇਮ ਕਰਨ, ਗੁਰੂ ਵਾਲੇ ਬਣਨ, ਸਤਸੰਗਤ ਨਾ ਕਰਨ ਲਈ ਬਹਾਨੇਬਾਜ਼ੀ ਕਰਦੇ ਆ, ਆਪਣਾ ਨੁਕਸਾਨ ਕਰ ਬਹਿੰਦੇ ਆ। ਇਸ ਕਰਕੇ ਨਾ ਫਿਰ ਆਪਾਂ ਉਦੋਂ ਫਿਰ ਬਹਾਨੇ ਕੱਢਦੇ ਆ ਵੀ ਸਾਡੇ ਭਾਗਾਂ ਵਿੱਚ ਨਿਤਨੇਮ ਕਰਨਾ, ਸੰਗਤ ਕਰਨੀ, ਗੁਰੂ ਵਾਲੇ ਬਣਨਾ ਇਹ ਸੰਜੋਗਾਂ ਵਿੱਚ ਲਿਖਿਆ ਹੀ ਨਹੀਂ। ਫਿਰ ਆਪਾਂ ਕਿਵੇਂ ਬਾਣੀ ਪੜ੍ਹ ਸਕਦੇ ਹਾਂ? ਕਿਵੇਂ ਸਤਸੰਗਤ ਕਰ ਸਕਦੇ ਹਾਂ? ਕਿਵੇਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਸਕਦੇ ਹਾਂ? ਇਹੋ ਜਿਹਾ ਹੀ ਸਵਾਲ ਸੀ ਇੱਕ ਪ੍ਰੇਮੀ ਨੇ ਕਿਸੇ ਮਹਾਂਪੁਰਖਾਂ ਨੂੰ ਕੀਤਾ। ਮਹਾਂਪੁਰਖਾਂ ਦਾ ਨਾਮ ਵੀ ਮੈਂ ਦੱਸ ਦਿਆਂ। ਸੰਤ ਬਾਬਾ ਹਰਨਾਮ ਸਿੰਘ ਜੀ, ਰਾਮਪੁਰ ਖੇੜੇ ਵਾਲੇ। ਉਹਨਾਂ ਨੂੰ ਜਦੋਂ ਕੀਤਾ, ਬੰਦਗੀ ਵਾਲੇ ਸੀ। ਕਹਿਣ ਲੱਗਾ, ਪ੍ਰੇਮੀ ਸੀ, ਬਾਬਾ ਜੀ ਜਦੋਂ ਤੁਸੀਂ ਸਾਨੂੰ ਮਿਲਣ ਵਾਸਤੇ ਆਉਂਦੇ ਹੋ ਨਾ, ਅਸੀਂ ਤੁਹਾਨੂੰ ਮਿਲਣ ਵਾਸਤੇ ਤੁਹਾਡੇ ਪਾਸ ਜਾਂਦੇ ਹਾਂ। ਤੁਸੀਂ ਹਮੇਸ਼ਾ ਸਾਨੂੰ ਇੱਕੋ ਹੀ ਗੱਲ ਕਹੀ ਜਾਂਦੇ ਹੋ, ਬਾਣੀ ਪੜ੍ਹਿਆ ਕਰੋ, ਨਿਤਨੇਮ ਕਰਿਆ ਕਰੋ, ਸਾਧ ਸੰਗਤ ਕਰਿਆ ਕਰੋ, ਅੰਮ੍ਰਿਤ ਛਕਿਆ ਕਰੋ। ਅਸੀਂ ਤੁਹਾਡੀਆਂ ਇਹੋ ਜਿਹੀਆਂ ਗੱਲਾਂ ਸੁਣ ਸੁਣ ਕੇ ਅੱਕ ਗਏ ਹਾਂ। ਗੁਰਬਾਣੀ ਅੰਦਰ ਸਤਿਗੁਰਾਂ ਨੇ ਲਿਖਿਆ ਤਾਂ ਹੈ ਵੀ ਪੂਰਬਲੇ ਕਰਮਾਂ ਦੀ ਗੱਲ ਆ ਸਾਰੀ। ਜਿਹੜੇ ਬੰਦੇ ਨੂੰ ਜੋ ਕੁਝ ਮਿਲਦਾ, ਜੋ ਉਹਨੇ ਕਰਮ ਕੀਤੇ ਹੁੰਦੇ ਆ, ਜੋ ਭਾਗਾਂ ਵਿੱਚ ਲਿਖਿਆ ਹੁੰਦਾ ਉਹੀ। ਭਲਾ ਤੁਸੀਂ ਦੱਸੋ, ਜੇ ਸਾਡੇ ਭਾਗਾਂ ਦੇ ਵਿੱਚ ਨਿਤਨੇਮ ਕਰਨਾ, ਅੰਮ੍ਰਿਤ ਛਕਣਾ, ਸਾਧ ਸੰਗਤ ਕਰਨੀ ਲਿਖੀ ਨਹੀਂ, ਫਿਰ ਆਪਾਂ ਜ਼ੋਰ ਨਾਲ ਕਿਵੇਂ ਨਿਤਨੇਮ ਕਰ ਸਕਦੇ ਹਾਂ? ਆਪਣੇ ਬਲ ਨਾਲ ਕਿਵੇਂ ਸਾਧ ਸੰਗਤ ਕਰ ਸਕਦੇ ਹਾਂ? ਜੇ ਸਾਡੇ ਭਾਗਾਂ ਵਿੱਚ ਅੰਮ੍ਰਿਤ ਛਕਣਾ ਲਿਖਿਆ ਹੀ ਨਹੀਂ, ਫਿਰ ਅਸੀਂ ਅੰਮ੍ਰਿਤ ਕਿਵੇਂ ਛਕ ਸਕਦੇ ਹਾਂ? ਉਹ ਪ੍ਰੇਮੀ ਨੇ ਏਡਾ ਵੱਡਾ ਸਵਾਲ ਕੀਤਾ। ਮਹਾਂਪੁਰਖ ਕੁਝ ਕੁ ਸਕਿੰਟ ਚੁੱਪ ਰਹੇ, ਫਿਰ ਮੁਸਕਰਾਏ। ਉਹ ਪ੍ਰੇਮੀ ਨੂੰ ਸਵਾਲ ਕੀਤਾ, ਭਾਈ ਤੁਸੀਂ ਮੈਨੂੰ ਕਿਰਪਾ ਕਰਕੇ ਇਹ ਦੱਸੋ, ਭਾਗ ਜਾਂ ਪੂਰਬਲਾ ਕਰਮ ਬਣਾਇਆ ਕਿਹਨੇ ਆ? ਬਾਬਾ ਜੀ ਦਾ ਬਚਨ ਸੁਣ ਕੇ ਪ੍ਰੇਮੀ ਚੁੱਪ ਕਰ ਗਿਆ, ਕੋਈ ਉੱਤਰ ਨਾ ਦੇ ਸਕਿਆ। ਬਾਬਾ ਜੀ ਨੇ ਫਿਰ ਉਹਨੂੰ ਕਿਹਾ, ਭਾਈ ਸਾਹਿਬ, ਜੋ ਅਸੀਂ ਪਿਛਲੇ ਜਨਮਾਂ ਵਿੱਚ ਚੰਗੇ ਜਾਂ ਮਾੜੇ ਕਰਮ ਕੀਤੇ ਆ ਨਾ, ਉਹ ਇਸ ਜਨਮ ਲਈ ਸਾਡੇ ਭਾਗ ਪੁਰਬ ਕਮਾਈ ਬਣ ਗਏ ਆ। ਇਸੇ ਲਈ ਤਾਂ ਮੈਂ ਹਰ ਵਾਰੀ ਤੁਹਾਨੂੰ ਗੁਰਬਾਣੀ ਪੜ੍ਹਨ, ਨਿਤਨੇਮ ਕਰਨ, ਸਾਧ ਸੰਗਤ ਕਰਨ ਨੂੰ, ਅੰਮ੍ਰਿਤ ਛਕਣ ਨੂੰ ਕਹਿਣਾ। ਜੇ ਆਪਾਂ ਪਿਛਲੇ ਜਨਮਾਂ ਵਿੱਚ ਚੰਗੇ ਭਾਗ ਨਹੀਂ ਬਣਾ ਸਕੇ, ਪਰਮਾਤਮਾ ਨੇ ਹੁਣ ਸਾਨੂੰ ਆਜ਼ਾਦੀ ਦਿੱਤੀ ਆ, ਕਰਮਾਂ ਦੀ ਆਜ਼ਾਦੀ ਆ। ਹੁਣ ਅਸੀਂ ਗੁਰੂ ਵਾਲੇ ਬਣ ਕੇ, ਸਾਧ ਸੰਗਤ ਕਰਕੇ,
ਅਗਲੇ ਜਨਮ ਲਈ ਚੰਗੀ ਪੁਰਬ ਕਮਾਈ, ਚੰਗੇ ਭਾਗ ਬਣਾ ਲਈਏ। ਜੇ ਬਹਾਨੇਬਾਜ਼ੀ ਕਰਾਂਗੇ, ਪਰਮਾਤਮਾ ਨੇ ਜੋ ਚੰਗੇ ਭਾਗ ਬਣਾਉਣ ਦਾ ਸਮਾਂ ਦਿੱਤਾ ਉਹ ਆਨਿਆਂ ਬਹਾਨੇ ਕਰਦਿਆਂ ਬੀਤ ਜਾਵੇਗਾ। ਫਿਰ ਸਮਾਂ ਆਵੇਗਾ ਜਦੋਂ ਬਹੁਤ ਪਛਤਾਉਣਾ ਪਵੇਗਾ ਜੀ। ਮਹਾਂਪੁਰਖਾਂ ਦੇ ਬਚਨ ਸੁਣ ਕੇ ਪ੍ਰੇਮੀ ਦਾ ਮਨ ਬਦਲ ਗਿਆ। ਹਰ ਰੋਜ਼ ਨਿਤਨੇਮ ਕਰਨ ਦਾ ਮਹਾਂਪੁਰਖਾਂ ਨੂੰ ਬਚਨ ਕੀਤਾ। ਥੋੜ੍ਹਾ ਸਮਾਂ ਬੀਤਿਆ, ਉਹ ਅੰਮ੍ਰਿਤਧਾਰੀ ਗੁਰਸਿੱਖ ਸੱਜ ਗਿਆ, ਸਿੰਘ ਬਣ ਗਿਆ। ਉਹਦੀ ਸੰਗਤ ਕਰਕੇ ਉਹਦੇ ਜੀਵਨ ਵਿੱਚ ਪਲਟਾ ਆਇਆ ਦੇਖ ਕੇ ਤਕਰੀਬਨ ਨਗਰ ਵਿੱਚੋਂ ਬਹੁਤੇ ਲੋਕਾਂ ਨੇ ਅੰਮ੍ਰਿਤ ਛਕ ਲਿਆ ਸੀ। ਸੋ ਭਾਈ, ਜੇ ਆਪਣੇ ਪੂਰਬਲੇ ਸੰਜੋਗ ਚੰਗੇ ਨਹੀਂ ਨਾ, ਪਰਮਾਤਮਾ ਨੇ ਸਾਨੂੰ ਅਵਸਰ ਪ੍ਰਦਾਨ ਕਰਤਾ, ਇਸ ਸਮੇਂ ਆਪਾਂ ਲਾਹਾ ਪ੍ਰਾਪਤ ਕਰੀਏ, ਵੱਡੇ ਭਾਗਾਂ ਵਾਲੇ ਬਣ ਜਾਈਏ ਜੀ। ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਵਿਯੋਗ। ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਸਾਨੂੰ ਕਹਿ ਰਹੀ ਆ। ਇਸ ਕਰਕੇ ਨਾ ਸਾਨੂੰ ਥੋੜ੍ਹਾ ਸੋਚਣਾ ਚਾਹੀਦਾ। ਇਹ ਸੰਖੇਪ ਜੀ ਵਿਚਾਰ ਆ। ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੇ ਸਭ ਵਿਯੋਗ। ਜਦੋਂ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ ਆ, ਸਾਰੇ ਵਿਯੋਗ ਜਿਹੜੇ ਹੁੰਦੇ ਆ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਇਸ ਤਰ੍ਹਾਂ ਗੁਰੂ ਘਰ ਦੀ ਮਰਿਆਦਾ ਹੀ ਇਹ ਆ ਵੀ ਜਦੋਂ ਰਲ ਕੇ ਸਿਮਰਨ ਕੀਤਾ ਜਾਂਦਾ, ਵਾਹਿਗੁਰੂ ਪਰਮੇਸ਼ਰ ਇੰਨੀ ਕਿਰਪਾ ਕਰ ਦਿੰਦੇ, ਸਾਰੇ ਵਿਯੋਗ ਜੇ ਲੈ ਜਾਂਦੇ ਆ, ਸਾਰੇ ਦੁੱਖ ਰੋਗ ਕਲੇਸ਼ ਸਭ ਕੁਝ ਦੂਰ ਹੋ ਜਾਂਦਾ ਜੀ। ਉਹ ਹੁੰਦਾ ਕਦੋਂ ਆ? ਜਦੋਂ ਆਪਾਂ ਇਹ ਚਲਾਕੀਆਂ ਛੱਡਦੇ ਹਾਂ, ਚਤਰਾਈਆਂ ਛੱਡਦੇ ਹਾਂ। ਚਲਾਕੀਆਂ ਕਰਕੇ ਕਦੇ ਕਿਸੇ ਦਾ ਮਨ ਟਿਕਿਆ? ਇਹ ਚਲਾਕੀਆਂ ਦੇ ਨਾਲ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਕਹਿੰਦੇ ਆ ਕਿ ਵਾਹਿਗੁਰੂ ਦੀ ਪ੍ਰਾਪਤੀ ਕਦੇ ਹੋ ਹੀ ਨਹੀਂ ਸਕਦੀ। ਬਾਕੀ ਦੇਖੋ ਜੀ, ਰੱਬ ਨੇ ਦਿਮਾਗ ਦੇ ਦਿੱਤਾ ਹੈ। ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੈ। ਰੱਬ ਨੇ ਸਾਨੂੰ ਸੋਚ ਸ਼ਕਤੀ ਦਿੱਤੀ ਆ, ਅਕਲ ਦਿੱਤੀ ਆ। ਇਹ ਜਿਹੜਾ ਜਲਦਾ ਹੋਇਆ ਦੀਵਾ ਪਰਮਾਤਮਾ ਨੇ ਹਰ ਇੱਕ ਨੂੰ ਦੇ ਦਿੱਤਾ। ਫਰਕ ਇੰਨਾ, ਕੋਈ ਇਹ ਦੀਵੇ ਨੂੰ ਢੱਕ ਲੈਂਦਾ ਕਿਸੇ ਭਾਂਡੇ ਨਾਲ ਜਾਂ ਆਪਣੀਆਂ ਅੱਖਾਂ ਹੀ ਬੰਦ ਕਰ ਲੈਂਦਾ, ਤਾਂ ਹੀ ਤੇ ਬੁੱਧੀ ਦੇ ਚਾਨਣੇ ਤੋਂ ਲਾਭ ਨਹੀਂ ਲੈਂਦਾ। ਇਹ ਮਤਲਬ ਨਹੀਂ ਕਿ ਪਰਮਾਤਮਾ ਨੇ ਅਕਲ ਨਹੀਂ ਦਿੱਤੀ। ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਬਹੁਤ ਅਕਲਮੰਦ ਆ, ਦਰਅਸਲ ਉਹ ਇਸ ਦੀਵੇ ਦੀ ਰੌਸ਼ਨੀ ਵਿੱਚ ਜ਼ਿਆਦਾ ਜੀ ਰਿਹਾ। ਜਿਹਨੂੰ ਆਪਾਂ ਮੂੜ ਕਹਿ ਦਿੰਦੇ ਹਾਂ, ਗਵਾਰ ਕਹਿ ਦਿੰਦੇ ਹਾਂ, ਉਹਨੇ ਦੀਵੇ ਤੋਂ ਅੱਖਾਂ ਮੀਟ ਲਈਆਂ ਨੇ, ਜਾਂ ਉਹ ਦੀਵੇ ਦੇ ਉੱਪਰ ਢੱਕਣ ਰੱਖ ਦਿੱਤਾ, ਉਹਨੂੰ ਢੱਕ ਦਿੱਤਾ ਹੈ। ਉਹਦੀ ਜਾਣਕਾਰੀ ਕੇਵਲ ਸੀਮਤ ਰਹਿ ਗਈ ਆ। ਬੰਦੇ ਕੋਲ ਪੈਰ ਹੋਣ, ਪੈਰਾਂ ਦੀ ਵਰਤੋਂ ਨਾ ਕਰੇ, ਹੱਥ ਹੋਣ ਜੀ, ਤੇ ਸਾਧ ਸੰਗਤ ਜੀ ਹੱਥਾਂ ਦੀ ਵਰਤੋਂ ਨਾ ਕਰੇ, ਤਾਂ ਹੱਥ ਨਕਾਰਾ ਹੋ ਜਾਂਦੇ ਆ, ਪੈਰ ਕਮਜ਼ੋਰ ਹੋ ਜਾਂਦੇ ਆ। ਅੱਖਾਂ 'ਤੇ ਪੱਟੀ ਬੰਨ੍ਹ ਲਈਏ, ਅੱਖਾਂ ਦੀ ਜੋਤ ਸਹਿਜੇ ਸਹਿਜੇ ਮੱਧਮ ਪੈ ਜਾਵੇਗੀ। ਬਾਕੀ ਜੀ, ਇਹ ਜਿਹੜੀ ਬੁੱਧ ਆ, ਇਹਦੀ ਹਰ ਥਾਂ 'ਤੇ ਬੰਦਾ ਵਰਤੋਂ ਨਹੀਂ ਕਰਦਾ। ਦੁੱਖ ਤਾਂ ਇਹ ਗੱਲ ਦਾ ਹੈ ਵੀ ਬੰਦੇ ਨੇ ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਣ। ਦੁੱਖ ਇਹ ਗੱਲ ਦਾ ਸਬੂਤ ਨੇ ਕਿ ਇਹਨੇ ਕਦੇ ਬੁੱਧ ਨੂੰ ਅੱਗੇ ਨਹੀਂ ਕੀਤਾ, ਦੀਵੇ ਦੀ ਰੌਸ਼ਨੀ ਤੋਂ ਲਾਭ ਨਹੀਂ ਲਿਆ। ਬਸ ਇਹ ਮਾਤਰਾ ਦਾ ਹੀ ਫਰਕ ਆ। ਦੇਖੋ ਜੀ, ਸਿਆਣਾ ਉਹ ਜਿਹਨੇ ਆਪਣੇ ਦਿਮਾਗ ਤੋਂ ਕੰਮ ਲੈ ਲਿਆ, ਮੂਰਖ ਉਹ ਜਿਹਨੇ ਦਿਮਾਗ ਵਰਤਿਆ ਹੀ ਨਹੀਂ, ਅਕਲ ਤੋਂ ਕੰਮ ਲੈਣਾ ਹੀ ਨਹੀਂ ਜਾਣਦਾ। ਦੁਨੀਆ ਵਿੱਚ ਐਸੇ ਅੰਧਿਆਂ ਦੀ ਗਿਣਤੀ ਬਹੁਤ ਘੱਟ ਆ ਜਿਨ੍ਹਾਂ ਦੀਆਂ ਅੱਖਾਂ ਵਿੱਚ ਚਾਨਣਾ ਨਹੀਂ, ਪਰ ਐਸੇ ਅੰਧਿਆਂ ਦੀ ਗਿਣਤੀ ਬਹੁਤ ਜ਼ਿਆਦਾ ਜੋ ਅੱਖਾਂ ਬੰਦ ਕਰਕੇ ਚੱਲਦੇ, ਅੱਖਾਂ ਤੋਂ ਕੰਮ ਹੀ ਨਹੀਂ ਲੈਂਦੇ। ਇਸ ਕਰਕੇ ਆਪਾਂ ਵੇਖਦੇ ਹਾਂ ਜੀ, ਦੋਸ਼ ਜਿਹੜਾ ਹੈ ਨਾ ਬੰਦੇ ਦੇ ਕਰਮਾਂ ਦਾ ਹੈ, ਰੱਬ ਦਾ ਕੀ ਦੋਸ਼। ਕੱਤਕ ਦੇ ਮਹੀਨੇ ਵਿੱਚ ਇਹੀ ਉਪਦੇਸ਼ ਮਹਾਰਾਜ ਬਾਰ-ਬਾਰ ਦੇ ਰਹੇ ਆ। ਕੱਤਕ ਕਰਮ ਕਮਾਵਣੇ, ਦੋਸ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ। ਕਰਮਾਂ ਵਿੱਚ ਸਭ ਤੋਂ ਚੰਗਾ ਕਰਮ ਕਿਹੜਾ ਜੀ? ਰੱਬ ਦਾ ਚਿੰਤਨ ਕਰਨਾ। ਕਿਹਾ ਜਾਂਦਾ ਚਿੰਤਾ ਨਾ ਕਰੋ, ਚਿੰਤਨ ਕਰੋ ਜੀ। ਸਭ ਤੋਂ ਅਸ਼ੁਭ ਕਰਮ ਕਿਹੜਾ? ਮਾੜਾ ਕਰਮ ਕਿਹੜਾ? ਰੱਬ ਨੂੰ ਭੁੱਲ ਜਾਣਾ। ਇਹ ਦੁਨੀਆ ਦੀ ਸਭ ਤੋਂ ਵੱਡੀ ਭੁੱਲ ਆ। ਪਹਿਲਾਂ ਵੀ ਮੈਂ ਜ਼ਿਕਰ ਕੀਤਾ ਵੀ ਰੱਬ ਨੂੰ ਹੀ ਭੁੱਲ ਗਿਆ ਬੰਦਾ। ਬਿਲਕੁਲ ਅਚੇਤ ਅਵਸਥਾ ਵਿੱਚ ਰੱਬ ਨੂੰ ਭੁਲਾ ਕੇ ਜਿਉਣਾ, ਕੀ ਇਹ ਜ਼ਿੰਦਗੀ ਆ ਜੀ? ਨਹੀਂ, ਇਹ ਜ਼ਿੰਦਗੀ ਥੋੜ੍ਹੀ ਆ। ਇਹ ਤਾਂ ਸਾਹ ਆ ਰਹੇ ਆ, ਜਾ ਰਹੇ ਆ, ਇਹ ਸਭ ਠੀਕ ਨਹੀਂ। ਜਿੰਨਾ ਸਿਆਣਾ ਬੰਦਾ ਹੋਵੇਗਾ ਉਹ ਆਖੇਗਾ ਸੁੱਖ ਤਾਂ ਉਹਦੀ ਯਾਦ 'ਚ ਹੀ ਆ,
ਆਨੰਦ ਤਾਂ ਉਹਦੀ ਯਾਦ 'ਚ ਹੀ ਆ। ਜਿਤਨਾ ਅਚੇਤ ਬੁੱਧੀ ਦੇ ਦੀਵੇ ਨੂੰ ਇੱਕ ਪਾਸੇ ਰੱਖ ਕੇ ਜੀ ਰਿਹਾ ਹੋਊਗਾ, ਭੁੱਲ ਕੇ ਵੀ ਯਾਦ ਨਹੀਂ ਕਰੇਗਾ। ਸਾਰੇ ਦੁੱਖ ਸੰਤਾਪ ਜਿੰਨੇ ਵੀ ਆਪਾਂ ਵੇਖਦੇ ਹਾਂ, ਰੱਬ ਨੂੰ ਭੁੱਲ ਕੇ ਹੀ ਪੈਦਾ ਹੋ ਜਾਂਦੇ ਆ। ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ। ਗੁਰੂ ਪਿਆਰਿਓ, ਚੇਤੇ ਰੱਖਣੀ ਇਹ ਗੱਲ ਵੀ ਰੱਬ ਨੂੰ ਭੁੱਲ ਕੇ ਸਾਰੀਆਂ ਬਿਮਾਰੀਆਂ ਬੰਦੇ ਨੂੰ ਲੱਗ ਜਾਂਦੀਆਂ ਨੇ। ਸਰਬ ਸੀ ਗਾਲ ਤੰਬੋਲ ਰਸ, ਸਣ ਦੇ ਹੀ ਸਭ ਖਾਮ। ਇਹ ਆਪਾਂ ਵੇਖਦੇ ਹਾਂ। ਜਿਤ ਘਰ ਹਰ ਕੰਤ ਨਾ ਪ੍ਰਗਟਈ, ਭੱਠ ਨਗਰ ਸੇ ਗ੍ਰਾਮ। ਸੁੱਖ ਮਿਲੇ ਕਿਵੇਂ? ਜਿਹੜੇ ਹਿਰਦੇ ਵਿੱਚ ਪਰਮੇਸ਼ਰ ਆ ਕੇ ਨਹੀਂ ਵਸਦਾ, ਉਹਦੇ ਭਾ ਵਸਦੇ ਪਿੰਡ ਤੇ ਸ਼ਹਿਰ ਤਪਦੀ ਭੱਠੀ ਵਰਗੇ ਹੁੰਦੇ ਆ। ਇਹ ਸੰਤਾਂ ਮਹਾਂਪੁਰਖਾਂ ਵਾਸਤੇ। ਹਰ ਨਾਹਾ ਨਾ ਮਿਲੀਐ ਸਾਜ ਨਹਿ, ਕਤ ਪਾਈਐ ਵਿਸਰਾਮ। ਮਨ ਇੱਕ ਸਕਿੰਟ ਵੀ ਜਿਹੜਾ ਹੈ ਨਾ, ਉਹ ਰੁਕਦਾ ਨਹੀਂ, ਟਿਕਦਾ ਹੀ ਨਹੀਂ। ਇਹ ਸੱਚੇ ਗੁਰੂ ਦੇ ਮਿਲਾਪ ਤੋਂ ਬਿਨਾਂ ਇਹ ਮਨ ਜਿਹੜਾ ਪਾਰੇ ਵਾਂਗੂ ਡੋਲਦਾ ਹੀ ਰਹਿੰਦਾ। ਤੁਸੀਂ ਵੇਖਿਆ ਹੀ ਹੋਣਾ। ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਕਹਿੰਦੇ ਨੇ, ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਜਿਹੜੇ ਰੱਬ ਤੋਂ ਬੇਮੁਖ ਹੋ ਜਾਂਦੇ ਆ, ਈਸ਼ਵਰ ਤੋਂ ਬੇਮੁਖ ਹੋ ਜਾਂਦੇ ਆ, ਉਹਨਾਂ ਨੂੰ ਵਿਛੋੜਾ ਲੰਮਾ ਪੈ ਜਾਂਦਾ ਜੀ। ਕਿੱਡਾ ਕੁ ਵਿਛੋੜਾ ਪੈ ਜਾਂਦਾ ਪੁੱਛੀਏ ਮਹਾਰਾਜ ਤੋਂ। ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਦੇਖੋ ਜੀ, ਜੰਮਦੇ ਰਹਿੰਦੇ ਆ, ਮਰਦੇ ਰਹਿੰਦੇ ਆ, ਜੰਮਦੇ ਰਹਿੰਦੇ ਆ, ਜੀ ਕੇ ਦੁੱਖ ਭੋਗਦੇ ਰਹਿੰਦੇ ਆ। ਦੁੱਖ ਭੋਗਦਿਆਂ ਭੋਗਦਿਆਂ ਫਿਰ ਮਰ ਜਾਂਦੇ ਆ, ਫਿਰ ਜੰਮਦੇ ਆ, ਲੰਮੇ ਵਿਛੋੜੇ ਪੈ ਜਾਂਦੇ ਆ। ਉਹਨਾਂ ਨੂੰ ਜੋ ਈਸ਼ਵਰ ਤੋਂ ਬੇਮੁਖ ਹੋ ਕੇ ਆਪਣਾ ਜੀਵਨ ਬਤੀਤ ਕਰਦੇ ਆ, ਇਹ ਉਹਨਾਂ ਵਾਸਤੇ ਪੰਕਤੀਆਂ ਨੇ। ਖਿਨ ਮੈਂ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਦੇਖੋ ਜੀ, ਜਿਹੜੀਆਂ ਚੀਜ਼ਾਂ ਸਾਨੂੰ ਚੰਗੀਆਂ ਲੱਗਦੀਆਂ ਦੁਨਿਆਵੀ, ਇੱਕ ਸਕਿੰਟ 'ਚ ਬਗਾਨੀਆਂ ਹੋ ਜਾਣੀਆਂ। ਮੌਤ ਜਦੋਂ ਆਉਂਦੀ ਆ ਨਾ, ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਆਪਾਂ ਛਾਤੀ ਨਾਲ ਘੁੱਟ ਕੇ ਲਾਇਆ ਹੋਇਆ, ਕਹਿੰਦੇ ਆ ਆਹ ਵੀ ਮੇਰੀ ਆ, ਆਹ ਵੀ ਮੇਰੀ ਆ, ਅਤੇ ਉਹ ਸਾਰੀਆਂ ਚੀਜ਼ਾਂ ਪਰਾਈਆਂ ਹੋ ਜਾਣਗੀਆਂ। ਕੋਈ ਨਾਲ ਨਿਭੂਗਾ ਸਾਡੇ। ਖਿਨ ਮੈਂ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਪਰਮਾਤਮਾ ਨੂੰ ਭੁਲਾ ਕੇ ਜਿੰਨੇ ਮਾਇਕੀ ਭੋਗ ਆ, ਰਸ ਆ, ਕੌੜੇ ਪ੍ਰਤੀਤ ਹੋਣ ਲੱਗ ਜਾਂਦੇ ਆ। ਮਾਨਸਿਕ ਤਲ 'ਤੇ ਬੰਦਾ ਬੇਚੈਨ ਜਿਹਾ ਹੋ ਜਾਂਦਾ ਵੀ ਇਹ ਕੀ ਸੀਗੇ, ਮੇਰੇ ਲਈ ਕੁਝ ਸੀਗੇ? ਨਹੀਂ ਜੀ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਆ, ਭਾਈ ਜੀਵ ਆਤਮਾ ਨੂੰ ਇਕੱਲੇ ਨੂੰ ਲੇਖਾ ਦੇਣਾ ਪੈਂਦਾ, ਅਤੇ ਭਰਮ ਭੁਲੇਖੇ ਵਿੱਚ ਨਾ ਪੈਣਾ। ਗੁਰੂ ਦੀ ਸੱਚੀ ਸਿੱਖਿਆ ਨੂੰ ਧਿਆਨ ਦੇ ਕੇ ਸੁਣਨਾ ਕਰ। ਸੰਸਾਰ ਦੇ ਅੰਦਰ ਜਿਹੜੇ ਵੀ ਕਰਮ ਸਰੀਰ ਰਾਹੀਂ ਕੀਤੇ ਜਾਂਦੇ ਆ, ਉਹਨਾਂ ਸਾਰੇ ਮਾੜੇ ਕਰਮਾਂ ਦਾ ਲੇਖਾ ਰੱਬ ਦੀ ਦਰਗਾਹ 'ਚ ਤੈਨੂੰ ਦੇਣਾ ਹੀ ਪੈਣਾ। ਉਹ ਲੇਖੇ ਸਮੇਂ ਕਿਸੇ ਨੇ ਤੇਰਾ ਭਾਈਵਾਲ ਨਹੀਂ ਹੋਣਾ। ਸੰਗ ਨਾ ਕੋਈ ਭਈਆ ਬੇਬਾ, ਮਾਲ ਜੋਬਨ ਧਨ ਛੋੜ ਵਜੇਸਾ। ਆ ਸਾਰੀਆਂ ਚੀਜ਼ਾਂ ਤੈਨੂੰ ਛੱਡ ਕੇ ਜਾਣੀਆਂ ਪੈਣੀਆਂ। ਜਿਹੜੀਆਂ ਚੀਜ਼ਾਂ ਆਪਾਂ ਛਾਤੀ ਨਾਲ ਘੁੱਟ ਕੇ ਲਾਈਆਂ ਨੇ ਵੀ ਮੇਰੀਆਂ ਨੇ, ਇਹ ਕਿੱਡੀ ਮੂਰਖਤਾ। ਇਹ ਛਾਤੀ ਨਹੀਂ ਰਹਿਣੀ। ਚੀਜ਼ਾਂ ਦੀ ਕੀ ਗੱਲ ਕਰੀਏ, ਤਾਂ ਕਿੱਡੀ ਵੱਡੀ ਮੂਰਖਤਾ ਹੈ ਬੰਦੇ ਦੀ। ਹੈਰਾਨੀ ਦੀ ਗੱਲ ਆ। ਵਡਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੇ ਸਭ ਵਿਯੋਗ। ਜੇ ਹਾਂ ਵੱਡੀ ਕਿਰਪਾ ਹੋ ਜੇ ਨਾ, ਵੱਡੇ ਭਾਗਾਂ ਨਾਲ ਬੰਦੇ ਨੂੰ ਰੱਬ ਮਿਲ ਜਾਵੇ, ਰੱਬੀ ਪੁਰਸ਼ ਮਿਲ ਜਾਣ, ਸਾਧ ਸੰਗਤ ਹੋ ਜਾਵੇ, ਤਾਂ ਗੁਰੂ ਦੀ ਰਹਿਮਤ ਹੋ ਜਾਂਦੀ ਆ। ਅਤੇ ਉਦੋਂ ਜਨਮ ਜਨਮਾਂਤਰਾਂ ਦਾ ਵਿਛੋੜਾ ਕੱਟਿਆ ਜਾਂਦਾ ਜੀ। ਨਾਨਕ ਕੋ ਪ੍ਰਭ ਰਾਖ ਲੇਹ, ਮੇਰੇ ਸਾਹਿਬ ਬੰਦੀ ਮੋਚ। ਕੱਤਕ ਹੋਵੈ ਸਾਧ ਸੰਗ, ਬਿਨਸੇ ਸਭੇ ਸੋਚ। ਇਹ ਕੱਤਕ ਦੇ ਮਹੀਨੇ ਵਿੱਚ ਮਹਾਰਾਜ ਕਹਿੰਦੇ, ਭਾਈ ਗੁਰੂ ਸਾਹਿਬ ਕਿਰਪਾ ਕਰ ਦੇਣ ਨਾ, ਅਤੇ ਆ ਜਿਹੜੀ ਮਾੜੀ ਸੋਚ ਹੁੰਦੀ ਆ, ਨਾਮ ਦੀ ਰੰਗਤ ਕਰਕੇ ਫਿਕਰਾਂ ਹੁੰਦੀਆਂ, ਸਾਰੀਆਂ ਦੂਰ ਹੋ ਜਾਂਦੀਆਂ ਨੇ। ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਕਾਰਜ ਕਰਦੀਆਂ ਨੇ, ਕਾਰਜ ਸਵਾਰ ਦਿੰਦੀਆਂ ਨੇ। ਤਾਂ ਮਾਇਆ ਹੋਈ ਨਾਗਨੀ, ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸਹੀ ਕੋ ਫਿਰ ਖਾਏ। ਇੱਕ ਪਾਸੇ ਗੁਰੂ ਦੀ ਸੇਵਾ, ਇੱਕ ਪਾਸੇ ਦੁਨਿਆਵੀ ਇਹ ਪਦਾਰਥ ਮਾਇਆ ਦੀ ਸੇਵਾ ਲੋਕ ਕਰਦੇ ਆ ਜੀ। ਜਿਹੜੇ ਲੋਕ ਪੈਸੇ ਨੂੰ ਬਾਹਲਾ ਹੀ ਪਿਆਰ ਕਰਦੇ ਆ, ਉਹਨਾਂ ਦੀ ਸੋਚ ਕਾਗਜ਼ ਦੇ ਨੋਟ ਤੋਂ ਵੱਡੀ ਨਹੀਂ ਹੋ ਸਕਦੀ। ਇਹ ਚੀਜ਼ ਤੁਸੀਂ ਜ਼ਰੂਰ ਦੇਖਣੀ ਆ, ਜ਼ਰੂਰ ਸੋਚਣੀ ਆ ਵੀ ਮੈਂ ਕੀ ਕਰ ਰਿਹਾ। ਮੈਂ ਪਿਆਰ ਰੱਬ ਨੂੰ ਕਰਦਾ, ਇਹ ਖਲਕਤ ਨੂੰ ਕਰਦਾ, ਕੁਦਰਤ ਨੂੰ ਕਰਦਾ, ਕਿ ਬੇਜਾਨ ਚੀਜ਼ਾਂ ਨੂੰ ਕਰੀ ਜਾਂਦਾ, ਉਹ ਮਾਇਆ ਨੂੰ ਕਰੀ ਜਾਂਦਾ। ਕੱਤਕ ਹੋਵੇ ਸਾਧ ਸੰਗ,
ਤੇ ਬਿਨਸੇ ਸਭੇ ਸੋਚ। ਕੱਤਕ ਦੇ ਮਹੀਨੇ ਵਿੱਚ ਜੇ ਸਾਧ ਸੰਗਤ ਮਿਲ ਜਾਵੇ, ਸਾਰੇ ਚਿੰਤਾਂ ਝੋਰੇ ਫਿਕਰਾਂ ਸਦਾ ਵਾਸਤੇ ਦੂਰ ਹੋ ਜਾਂਦੇ ਆ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਚਿੰਤਤ ਹੀ ਦੀਸੈ ਸਭ ਕੋਈ। ਬੰਦਾ ਚਿੰਤਾ ਵਿੱਚ ਇੰਨਾ ਫਸਿਆ, ਰਾਤ ਨੂੰ ਵੀ ਕਈ ਵਾਰ ਇਹਨੂੰ ਨੀਂਦ ਨਹੀਂ ਆਉਂਦੀ। ਮਹਾਰਾਜ ਕਹਿੰਦੇ ਇਸ ਕਰਕੇ ਭਾਈ ਜਿਹੜੇ ਸਾਧ ਸੰਗਤ ਵਿੱਚ ਕਰਦੇ ਆ, ਰੱਬ ਤੇ ਯਕੀਨ ਕਰਦੇ ਆ, ਉਹਨਾਂ ਵਾਸਤੇ ਕੱਤਕ ਦਾ ਮਹੀਨਾ ਖੁਸ਼ੀਆਂ ਭਰਿਆ, ਖੇੜਿਆਂ ਭਰਿਆ ਬਤੀਤ ਹੋ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਈ ਰਹਿਮਤ ਕਰਨ। ਇਸ ਤਰ੍ਹਾਂ ਇਹ ਕੱਤਕ ਦੇ ਮਹੀਨੇ ਦੀ ਵਿਚਾਰ ਆਪ ਸਰਬੱਤ ਸੰਗਤਾਂ ਦੇ ਨਾਲ ਸਾਂਝ ਪਾਈ ਆ। ਗੁਰੂ ਸਾਹਿਬ ਰਹਿਮਤ ਕਰਨ। ਇਹ ਮਹੀਨਾ ਸਰਬੱਤ ਸੰਗਤਾਂ ਵਾਸਤੇ ਖੁਸ਼ੀਆਂ ਖੇੜਿਆਂ ਭਰਿਆ ਹੋਵੇ। ਗੁਰੂ ਮਹਾਰਾਜ ਸਾਡੇ ਬੱਚਿਆਂ ਨੂੰ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਨ, ਵਿੱਦਿਆ ਦੀ ਦਾਤ ਬਖਸ਼ਿਸ਼ ਕਰਨ ਤੇ ਸਾਨੂੰ ਵੀ ਬਾਣੀ ਤੇ ਬਾਣਾ ਬਖਸ਼ਿਸ਼ ਕਰਨ। ਇਹੀ ਅਰਦਾਸ ਕਰਦੇ ਹਾਂ। ਇਹ ਕੱਤਕ ਦਾ ਮਹੀਨਾ ਸਭ ਲਈ ਸੁਹਾਵਣਾ ਬਤੀਤ ਹੋਵੇ। ਤੇ ਸਾਧ ਸੰਗਤ ਜੀ ਬੇਨਤੀ ਆ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ, ਨਸ਼ਿਆਂ ਦਾ ਜਿਹੜਾ ਦੌਰ ਆ ਪੰਜਾਬ ਦੇ ਵਿੱਚ ਵੱਧ ਰਿਹਾ, ਇਹ ਜੇ ਤੁਸੀਂ ਬਚਣਾ ਜਾਂ ਬਚਾਉਣਾ ਆਪਦੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ, ਬਾਣੀ ਦੇ ਲੜ ਲਾਉਣਾ ਪੈਣਾ ਜੀ। ਖੰਡੇ ਬਾਟੇ ਦੀ ਪਹੁਲ ਬੜੀ ਜ਼ਰੂਰੀ ਆ। ਮਨ ਬਣਾਓ ਸਭ ਤੋਂ ਪਹਿਲਾਂ। ਮਨ ਬਣਦਾ, ਕੋਈ ਭਗਤ ਨਹੀਂ ਬਣਦਾ, ਕੋਈ ਇੰਜੀਨੀਅਰ ਨਹੀਂ ਬਣਦਾ, ਕੋਈ ਡਾਕਟਰ ਨਹੀਂ ਬਣ ਜਾਂਦਾ। ਸਭ ਤੋਂ ਪਹਿਲਾਂ ਤਾਂ ਬੰਦੇ ਦਾ ਮਨ ਹੀ ਬਣਦਾ ਹੈ। ਤਾਂ ਪਹਿਲਾਂ ਤਾਂ ਬਣਾਓ ਆਪਣਾ ਮਨ। ਗੁਰੂ ਅੱਗੇ ਅਰਦਾਸ ਕਰੋ, ਬਾਬਾ ਨਾਨਕ ਬਖਸ਼ ਲੈ, ਸਾਰੇ ਦੁਆਰੇ ਛੱਡ ਕੇ ਤੇਰੇ ਦਰ 'ਤੇ ਆਇਆ। ਜਦੋਂ ਅਰਦਾਸ ਕਰੋਗੇ ਇਸ ਤਰ੍ਹਾਂ ਬਹੁਤ ਕਿਰਪਾ ਹੋ ਜਾਣੀ ਹੈ। ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਜੀ। ਆਓ ਆਪਾਂ ਜੀ ਮਹਾਰਾਜ ਅੱਗੇ। ਤੇ ਇਹ ਕੱਤਕ ਦਾ ਮਹੀਨਾ ਖੁਸ਼ੀਆਂ ਖੇੜਿਆਂ ਭਰਿਆ ਬਤੀਤ ਹੋਵੇ, ਰੱਬ ਦੀ ਰਜ਼ਾ ਵਿੱਚ ਬਤੀਤ ਹੋਵੇ। ਕੱਤਕ ਕਰਮ ਕਮਾਵਣੇ, ਦੋਸ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਣ ਸਭੇ ਰੋਗ। ਬੇਮੁਖ ਹੋਏ RAM ਤੇ, ਲੱਗਣ ਜਨਮ ਵਿਜੋਗ। ਖਿਨ ਮੈਂ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਵਿੱਚ ਨ ਕੋਈ ਕਰ ਸਕੈ, ਕਿਸ ਥੈ ਰੋਵੇ ਰੋਜ। ਕੀਤਾ ਕਿਛੂ ਨ ਹੋਵਈ, ਲਿਖਿਆ ਧੁਰ ਸੰਜੋਗ। ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੇ ਸਭ ਵਿਯੋਗ। ਨਾਨਕ ਕੋ ਪ੍ਰਭ ਰਾਖ ਲੇਹ, ਮੇਰੇ ਸਾਹਿਬ ਬੰਦੀ ਮੋਚ। ਕੱਤਕ ਹੋਵੈ ਸਾਧ ਸੰਗ, ਬਿਨਸੇ ਸਭੇ ਸੋਚ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।